वाहिगुरू जी का खालसा वाहिगुरू जी की फतेह। कहते ने ਜਿਹੜੀਆਂ ਕੌਮਾਂ अपने विरसे ਨੂੰ ਤੇ अपने इतिहास ਨੂੰ ਭੁੱਲ ਜਾਣ ਉਹ ਜ਼ਿਆਦਾ ਦੇਰ ਤੱਕ ਜਿੰਦੀਆਂ ਨਹੀਂ ਰਹਿ ਸਕਦੀਆਂ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਾਡੇ ਇਤਿਹਾਸ ਸਾਡੇ ਗੁਰਧਾਮਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਤੋਂ ਸਾਡੇ ਸਿਰਾਂ ਦੇ ਮੁੱਲ ਪੈ ਰਹੇ ਸਨ ਉਦੋਂ ਤੋਂ ਹੁਣ ਤੱਕ ਸਾਡੀ ਰਹਿਤ ਬਹਿਤ ਸਾਡੇ ਗੁਰ ਇਤਿਹਾਸ ਸਾਡੇ ਕਕਾਰਾਂ ਇੱਥੋਂ ਤੱਕ ਕਿ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਵੀ ਰਲਗੜ ਕਰਕੇ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦ ਕਿ ਸਿੱਖਾਂ ਦੇ ਅਮੋਲਕ ਕੁਰਬਾਨੀ ਭਰੇ ਇਤਿਹਾਸ ਤੋਂ ਬਿਨਾਂ ਹਿੰਦੁਸਤਾਨ ਦਾ ਵਜੂਦ ਹੋਣਾ ਹੀ ਨਹੀਂ ਸੀ। ਵੈਸੇ ਤਾਂ ਸਾਰੇ ਦਾ ਸਾਰਾ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ, ਪਰ 5 ਵੱਡੇ ਦਿਹਾੜੇ ਹਰੇਕ ਸਿੱਖ ਨੂੰ ਯਾਦ ਰੱਖਣੇ ਬਹੁਤ ਜ਼ਰੂਰੀ ਨੇ। ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, ਵੱਡਾ ਘੱਲੂਘਾਰਾ ਮਲੇਰਕੋਟਲੇ ਕੋਲ ਕੋਪਰਹੀੜੇ ਜਿਹਦੇ ਚ ਅੱਧੀ ਤੋਂ ਵੱਧ ਕੌਮ ਸ਼ਹੀਦ ਹੋਈ, ਛੋਟਾ ਘੱਲੂਘਾਰਾ ਕਾਨੂੰਨ ਛੰਦ ਗੁਰਦਾਸਪੁਰ ਵਿਖੇ ਤੇ 1984 ਦਾ ਸਿੱਖਾਂ ਦਾ ਕਤਲੇਆਮ। ਜਦੋਂ ਅਹਿਮਦ ਸ਼ਾਹ ਅਬਦਾਲੀ ਮਰਹੱਟਿਆਂ ਨੂੰ ਮਾਰ ਕੇ ਹਿੰਦੁਸਤਾਨ ਨੂੰ ਲੁੱਟਦਾ ਹੋਇਆ ਪਾਣੀਪਤ, ਆਗਰੇ, ਦਿੱਲੀ, ਪੰਜਾਬ ਤੋਂ ਹੁੰਦਾ ਹੈ ਕਾਬਲ ਵਾਪਸ ਜਾ ਰਿਹਾ ਸੀ ਤਾਂ ਸਿੱਖਾਂ ਨੇ ਉਹਦੇ ਤੇ ਹਮਲਾ ਕਰਕੇ ਮਰਹੱਟਿਆਂ ਤੇ ਹਿੰਦੂਆਂ ਦੀਆਂ 20-25 ਹਜ਼ਾਰ ਔਰਤਾਂ, ਬੱਚੀਆਂ, ਉਹਨਾਂ ਦਾ ਧਨ ਦੌਲਤ ਸਾਰਾ ਕੁਝ ਲੁੱਟ ਲਿਆ। ਔਰਤਾਂ ਤੇ ਬੱਚਿਆਂ ਨੂੰ ਉਹਨਾਂ ਦੇ ਘਰ ਪਹੁੰਚਾਇਆ ਗਿਆ, ਮਾਲ ਧਨ ਨੂੰ ਗਰੀਬਾਂ ਵਿੱਚ ਵੰਡ ਦਿੱਤਾ ਗਿਆ। ਘੋੜੇ ਤੇ ਵਧੀਆ ਸ਼ਸਤਰ ਸਿੰਘਾਂ ਨੇ ਆਪ ਰੱਖ ਲਏ। ਉਦੋਂ ਹਿੰਦੂਆਂ ਦਾ ਮਨੋਬਲ ਇੰਨਾ ਡਿੱਗ ਚੁੱਕਾ ਸੀ ਕਿ ਕਹਾਵਤ ਬਣ ਗਈ, ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਸਿਰਫ ਤੇ ਸਿਰਫ ਇੱਕ ਗੁਰੂ ਕਾ ਖਾਲਸਾ ਹੀ ਸੀ ਜੋ ਅਬਦਾਲੀ ਤੇ ਹਮਲਾ ਕਰਕੇ ਉਹਨੂੰ ਲੁੱਟਣ ਦੀ ਹਿੰਮਤ ਰੱਖਦਾ ਸੀ। ਅਬਦਾਲੀ ਨੇ ਆਪਣੀ ਹੋ ਰਹੀ ਇਸ ਲੁੱਟ ਖੋਹ ਦਾ ਬਦਲਾ ਲੈਣ ਲਈ ਅਤੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਭਾਰਤ ਤੇ 6ਵਾਂ ਹਮਲਾ ਸਿੱਖਾਂ ਨੂੰ ਖਤਮ ਕਰਨ ਲਈ ਕੀਤਾ। ਇਹ ਹੈ ਉਹ ਇਤਿਹਾਸਿਕ ਥੇ ਜਿੱਥੇ 1762 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਵੱਡੇ ਘੱਲੂਘਾਰੇ ਤੇ ਸਭ ਤੋਂ ਪਹਿਲਾਂ ਹਮਲਾ ਕੀਤਾ ਸੀਗਾ। ਸਿੱਖ ਸੰਗਤਾਂ ਆਪਣੇ ਪਰਿਵਾਰਾਂ, ਬੱਚਿਆਂ, ਬਜ਼ੁਰਗਾਂ ਸਮੇਤ ਰਾਤ ਨੂੰ ਇੱਥੇ ਵਿਸ਼ਰਾਮ ਕਰ ਰਹੀਆਂ ਸਨ। ਉੱਥੇ ਲੱਖਾਂ ਦੀ ਗਿਣਤੀ ਵਿੱਚ ਏਸ਼ੀਆ ਦਾ ਸਭ ਤੋਂ ਤਗੜੀ ਫੌਜ ਲੈ ਕੇ ਪਹੁੰਚਿਆ ਜਰਨੈਲ ਅਬਦਾਲੀ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਬਹੁਤ ਤੇਜ਼ੀ ਨਾਲ ਇੱਥੇ ਪਹੁੰਚਿਆ। ਅਹਿਮਦ ਸ਼ਾਹ ਅਬਦਾਲੀ ਨੇ ਰਾਤ ਦੇ ਹਨੇਰੇ 'ਚ
ਤਿੰਨਾਂ ਪਾਸਿਓਂ ਘੇਰ ਕੇ ਆਰਾਮ ਕਰ ਰਹੀ ਸਿੱਖ ਸੰਗਤ, ਉਹਨਾਂ ਦੇ ਬਜ਼ੁਰਗ, ਉਹਨਾਂ ਦੇ ਪਰਿਵਾਰਾਂ ਉੱਤੇ ਇਹ ਸੋਚ ਕੇ ਹਮਲਾ ਕੀਤਾ ਕਿ ਕੁਝ ਕੁ ਘੰਟਿਆਂ 'ਚ ਇਹਨਾਂ ਨੂੰ ਖਤਮ ਕਰ ਦਿੱਤਾ ਜਾਏਗਾ, ਕਿਉਂਕਿ 1 ਲੱਖ ਮਰੱਟਿਆਂ ਨੂੰ ਮਾਰ ਕੇ ਉਹ ਫੌਜ ਸਮਝ ਰਹੀ ਸੀ ਕਿ ਕੁਝ ਕੁ ਹਜ਼ਾਰ ਸਿੱਖ ਕੀ ਚੀਜ਼ ਨੇ। ਇਸ ਥੇ ਵਾਲੀ ਜਗ੍ਹਾ ਤੇ ਅਨੇਕਾਂ ਲਾਸ਼ਾਂ ਦੇ ਢੇਰ ਲੱਗ ਗਏ, ਪਰ ਸਾਡਾ ਇਤਿਹਾਸ ਲੁਧਿਆਣੇ ਦੇ ਸਿੱਖਾਂ ਨੂੰ ਵੀ ਨਹੀਂ ਪਤਾ ਤੇ ਪੂਰੀ ਦੁਨੀਆ ਦੇ ਸਿੱਖਾਂ ਨੂੰ ਕਿੱਥੇ ਪਤਾ ਹੋਵੇਗਾ। ਸਤਿਗੁਰ ਸੰਗ ਨਾਹੀ ਮਨ ਡੋਲੇ, ਸਤਿਗੁਰ ਸੰਗ ਨਾਹੀ ਮਨ ਡੋਲੇ, ਸਤਿਗੁਰ ਸੰਗ ਨਾਹੀ ਮਨ ਡੋਲੇ, ਅੰਮ੍ਰਿਤ ਬਾਣੀ ਗੁਰਮੁਖ ਬੋਲੇ, ਅੰਮ੍ਰਿਤ ਬਾਣੀ ਗੁਰਮੁਖ ਬੋਲੇ। ਸਿੰਘਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਅਹਿਮਦ ਸ਼ਾਹ ਅਬਦਾਲੀ ਉਹਨਾਂ ਤੇ ਹਮਲਾ ਕਰਨ ਆ ਰਿਹਾ, ਪਰ ਆ ਨਹੀਂ ਪਤਾ ਸੀ ਕਿ ਰਾਤ ਦੇ ਹਨੇਰੇ ਵਿੱਚ ਹੀ ਉਹ ਹਮਲਾ ਕਰ ਦੇਗਾ। ਸਿੰਘਾਂ ਨੂੰ ਸਭ ਤੋਂ ਜ਼ਿਆਦਾ ਚਿੰਤਾ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਸੀ। ਫਿਰ ਵੀ ਸਿੰਘ ਇਸ ਸਥਾਨ ਵੱਡੇ ਘੱਲੂਘਾਰੇ ਰੋਹਿੜੇ ਤੋਂ ਲੈ ਕੇ ਬਰਨਾਲੇ ਤੱਕ, ਜਿਸ ਵਿੱਚ ਕਈ ਪਿੰਡ ਝਨਾਲ, ਕੁਤਬਾ, ਬਾਹਮਣੀਆਂ, ਲੋਹਗੜ੍ਹ ਹੁੰਦੇ ਹੋਏ ਗਹਿਲਾਂ ਤੱਕ ਜੂਝਦੇ ਗਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਵੱਡਾ ਘੱਲੂਘਾਰਾ ਕੋਪਰਹੀੜਾ ਜੋ ਸਥਾਨ ਹੈ, ਇਹ 5 ਫਰਵਰੀ 1762 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਦੇ 6ਵੇਂ ਹਮਲੇ ਦੌਰਾਨ ਇਹ ਜੋ ਘਟਨਾ ਵਾਪਰੀ ਹੈ, ਇਹ ਜੋ ਥੇ ਆਪਾਂ ਨੂੰ ਸਾਹਮਣੇ ਦਿਸ ਰਿਹਾ ਹੈ, ਉੱਥੇ ਇਹ ਆਪਣੇ ਜੋ ਸਿੰਘ ਸੀਗੇ ਇਹ ਇਕੱਠੇ ਹੋਏ ਬੈਠੇ ਸਨ। ਅਚਾਨਕ ਹੀ ਅਹਿਮਦ ਸ਼ਾਹ ਅਬਦਾਲੀ ਨੇ ਉਹਨਾਂ ਸਿੰਘਾਂ ਉੱਪਰ ਹਮਲਾ ਕੀਤਾ, ਜਿਨ੍ਹਾਂ ਦੇ ਨਾਲ ਬਹੁਤ ਸਾਰੀ ਫੌਜ, ਮਲੇਰਕੋਟਲੇ ਦੇ ਨਵਾਬ ਦੀ ਵੀ ਫੌਜ ਨਾਲ ਰਲੀ ਅਤੇ ਆਪਣੇ ਸਰਹਿੰਦ ਤੋਂ ਵੀ ਫੌਜ ਆਈ, ਉਹ ਵੀ ਉਹਨਾਂ ਦੇ ਨਾਲ ਰਲੀ। ਉਹਨਾਂ ਦਾ ਮਕਸਦ ਇੱਕੋ ਹੀ ਸੀਗਾ ਕਿ ਸਿੱਖ ਕੌਮ ਦੇ ਪੂਰਨ ਖਾਤਮਾ ਕੀਤਾ ਜਾਵੇ। ਅਚਾਨਕ ਹਮਲਾ ਹੋਣ 'ਤੇ ਸਿੰਘਾਂ ਨੇ ਬਹੁਤ ਹੀ ਬਿਉਂਤਬੰਦੀ ਦੇ ਨਾਲ, ਜੋ 12 ਮਿਸਲਾਂ ਦੇ ਜਥੇਦਾਰ ਸਨ, ਇਕੱਠੇ ਹੋਏ ਸਨ, ਉਹਨਾਂ ਨੇ ਆਪਣੇ ਇੱਕ ਚੱਕਰ ਵਿਊ ਦੇ ਵਿੱਚ ਆਪਣੇ ਬੁੱਢੇ ਬੱਚੇ ਉਹਨਾਂ ਨੂੰ ਇਕੱਠੇ ਕਰਕੇ ਆਲੇ ਦੁਆਲੇ ਦਾ ਜੋ ਘੇਰਾ ਸੀਗਾ ਉਹਨਾਂ ਨੇ ਆਪ ਕੱਤਿਆ। ਉਪਰੰਤ ਹਮਲਾ ਹੁੰਦਾ ਚਲਿਆ ਗਿਆ। ਇੱਥੋਂ ਤਕਰੀਬਨ ਬਰਨਾਲਾ 35 ਕਿਲੋਮੀਟਰ ਦੇ ਏਰੀਏ ਦੇ ਵਿੱਚ ਹੈ। ਉੱਥੇ ਤੱਕ ਇਹ ਆਪਣੇ ਜੋ ਲੜਾਈ ਸੀਗੀ ਇਹ ਕੁਤਬੇ ਬਾਹਮਣੀਆਂ ਦੇ ਤੱਕ, ਇੱਥੋਂ ਉੱਥੇ ਤੱਕ ਤਕਰੀਬਨ 55-60 ਹਜ਼ਾਰ ਦੇ ਕਰੀਬ ਆਪਣੇ ਸਿੰਘ ਦੱਸਦੇ ਆ ਵੀ ਇਕੱਠੇ ਸੀਗੇ, ਜਿਹਦੇ ਵਿੱਚੋਂ ਤਕਰੀਬਨ 35,000 ਸਿੰਘ, ਸਿੰਘਣੀਆਂ ਅਤੇ ਭੁਜੰਗੀ ਇਸ ਲੜਾਈ ਦੀ ਭੇਂਟ ਚੜ੍ਹ ਗਏ। ਅਤੇ ਇਹ ਵੱਡੇ ਘੱਲੂਘਾਰੇ ਦੇ ਨਾਮ ਨਾਲ ਇਹ ਜੋ ਸਥਾਨ ਹੈ ਇਹ ਜਾਣਿਆ ਜਾਂਦਾ ਹੈ। ਇਹ ਜੋ ਲੜਾਈ ਸੀ ਇਹ ਇੱਥੋਂ ਤੇ ਚੱਲਦੀ ਆਪਣੇ ਕੁਤਬੇ ਬਾਹਮਣੀਆਂ, ਉਹ ਬਰਨਾਲਾ ਸਾਈਡ ਵੱਲ ਨੂੰ ਇਹ ਸਿੰਘ ਚਲੇ ਗਏ ਅਤੇ ਸ਼ਾਮ ਨੂੰ ਸਮਾਪਤ ਹੋਈ। ਸਤਿਗੁਰ ਦਰਸ਼ਨ ਅਗਨ ਨਿਵਾਰੀ, ਸਤਿਗੁਰ ਦਰਸ਼ਨ ਅਗਨ ਨਿਵਾਰੀ, ਸਤਿਗੁਰ ਭੇਟਤ ਹਉ ਮੈਂ ਮਾਰੀ, ਸਤਿਗੁਰ ਭੇਟਤ ਹਉ ਮੈਂ ਮਾਰੀ। ਕੋਪਰਹੀੜੇ ਤੋਂ ਲੱਖਾਂ ਦੀ ਗਿਣਤੀ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦੇ ਟਿੱਡੀ ਦਲ ਨੇ ਸਿੱਖਾਂ 'ਤੇ ਹਮਲਾ ਕੀਤਾ। ਕਈ ਪਿੰਡਾਂ ਦੇ ਵਿੱਚੋਂ ਜੂਝਦਿਆਂ ਹੋਇਆ
ਕਾਫੀ ਦੂਰ ਆ ਕੇ ਸ਼ਾਮਾਂ ਤੱਕ ਇੱਥੇ ਕੁਤਬੇ ਦੀ ਢਾਬ ਵਾਲੇ ਸਥਾਨ ਤੇ ਸਿੱਖ ਸੰਗਤਾਂ ਪਹੁੰਚੀਆਂ, ਪਿਆਸੀਆਂ, ਭੁੱਖੀਆਂ ਤੇ ਹਾਈਆਂ। ਇੱਥੋਂ ਦੇ ਵਸਨੀਕਾਂ ਤੋਂ ਇੱਥੋਂ ਦਾ ਇਤਿਹਾਸ ਆਪਾਂ ਜਾਣਦੇ ਹਾਂ। ਸਭ ਤੋਂ ਪਹਿਲਾਂ ਮੈਂ ਫਤਿਹ ਟੀਵੀ ਵਾਲੇ ਜਿਹੜੇ ਕਿ ਸਿੱਖ ਪੰਥ ਦੀ ਅਮਾਨਤ ਨੂੰ ਸੰਭਾਲਣ ਲਈ ਬੜੀ ਮਿਹਨਤ ਦੇ ਨਾਲ ਕੋਪਰ ਹੀਲੇ ਦੀ ਧਰਤੀ ਤੋਂ ਚੱਲ ਕੇ ਅੱਜ ਵੱਡਾ ਘੱਲੂਘਾਰਾ ਸਾਹਿਬ ਕੁਤਬੇ ਦੇ ਮਹਾਨ ਸਥਾਨ 'ਤੇ ਪਹੁੰਚੇ ਹਨ, ਜਿੱਥੇ ਮੈਂ ਇਹਨਾਂ ਨੂੰ ਜੋ ਹੈ ਕਹਿਣਾ ਉੱਥੇ ਫਤਿਹ ਅਰਜ਼ ਵੀ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਕੋਪਰ ਹੀਲੇ ਤੋਂ ਘੇਰਾਬੰਦ ਹੋ ਕੇ ਤੁਰੀਆਂ ਤਾਂ ਉਸ ਵੇਲੇ ਬਾਬਾ ਆਲਾ ਸਿੰਘ ਦਾ ਵਕੀਲ ਭਾਈ ਸੰਗੂ ਸਿੰਘ ਜੀ, ਜਿਹੜੇ ਕਿ ਸਿੱਖ ਕੌਮ ਦੀ ਮਹਾਨ ਕੌਮ ਦੀ ਰਹਿਨਮਾਈ ਕਰ ਰਹੇ ਸਨ, ਉਹਨਾਂ ਨੇ ਬੀਬੀਆਂ, ਭੁਜੰਗੀਆਂ, ਬੁੱਢਿਆਂ ਅਤੇ ਜਿਨ੍ਹਾਂ ਦੇ ਨਾਲ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਵੀ ਸਨ, ਉਹਨਾਂ ਨੂੰ ਲੈ ਕੇ ਪਾਣੀ ਦੀ ਢਾਬ ਉੱਤੇ ਪਹੁੰਚੇ। ਉਸ ਪਾਣੀ ਦੀ ਢਾਬ ਨੂੰ ਦੇਖ ਕੇ ਜਿੰਨੇ ਵੀ ਇਸ ਬਾਦਲੇ ਦੀ ਭਾਵਨਾ ਨਾਲ, ਸਿੱਖ ਕੌਮ ਨੂੰ ਖਤਮ ਕਰਨ ਦੀ ਭਾਵਨਾ ਨਾਲ ਅਹਿਮਦ ਸ਼ਾਹ ਅਬਦਾਲੀ ਦੀ ਜਿਹੜੀ ਫੌਜ ਸੀ, ਇਹਨਾਂ ਨਾਲ ਲੜਦੀ ਭਿੜਦੀ, ਘੇਰਾ ਤੋੜਦੀ ਹੋਈ ਇਸ ਧਰਤੀ ਦੇ ਉੱਤੇ ਪਹੁੰਚੀ ਤਾਂ ਦੋਵਾਂ ਫੌਜਾਂ ਨੇ ਇੱਥੇ ਆ ਕੇ ਰੱਜ ਕੇ ਪਾਣੀ ਪੀਤਾ। ਪਾਣੀ ਪੀਣ ਤੋਂ ਉਪਰੰਤ ਦੋਹਾਂ ਫੌਜਾਂ ਨੇ ਡਟ ਕੇ ਇੱਕ ਦੂਜੇ ਨਾਲ ਯੁੱਧ ਕੀਤਾ, ਜਿੱਥੇ ਕਿ ਸਾਡੇ ਕੌਮ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ। ਸਿੱਖ ਕੌਮ ਦੇ 35,000 ਸਿੰਘਾਂ ਦੇ ਵਿੱਚ ਸਾਡੀਆਂ ਸਤਿਕਾਰਯੋਗ ਬੇਟੀਆਂ, ਸਾਡੇ ਬੱਚੇ ਤੇ ਸਾਡੇ ਬਜ਼ੁਰਗ ਇਸ ਸਥਾਨ ਦੇ ਉੱਤੇ ਸ਼ਹਾਦਤ ਦਾ ਜਾਮ ਪੀ ਗਏ। ਉਹਨਾਂ ਦੇ ਵਿੱਚ ਜਿਹੜੇ ਕਿ ਸਾਡੇ ਇਸ ਕਮਾਂਡ ਦੀ ਉਸ ਵੇਲੇ ਦੀ ਰਹਿਨਮਾਈ ਕਰਦੇ ਸਨ, ਭਾਈ ਚੜ੍ਹ ਸਿੰਘ ਜੀ ਸੁਕਰ ਚੱਕੀਆ, ਭਾਈ ਜੱਸਾ ਸਿੰਘ ਜੀ ਆਹਲੂਵਾਲੀਆ, ਭਾਈ ਜੱਸਾ ਸਿੰਘ ਜੀ ਰਾਮਗੜ੍ਹੀਆ, ਭਾਈ ਬਘੇਲ ਸਿੰਘ ਵਗੈਰਾ ਉਹ ਸਿੰਘ ਸਨ, ਜਿਨ੍ਹਾਂ ਨੇ ਸਿੱਖ ਕੌਮ ਦੀ ਉਸ ਬੜੀ ਬਹਾਦਰੀ ਦੇ ਨਾਲ ਇਸ ਢਾਬ ਨੂੰ ਆ ਕੇ ਭਾਗ ਲਿਆ ਅਤੇ ਸ਼ਹਾਦਤ ਦੇ ਜਾਮ ਪੀਣ ਵਾਲੇ ਸਿੰਘਾਂ ਨੂੰ ਨਾਲ ਲੈ ਕੇ ਬੇਹੱਦ ਕੁਰਬਾਨੀਆਂ ਦੇ ਕੇ ਇੱਥੋਂ ਲੜਦੇ ਭਿੜਦੇ ਰਹੇ। ਸੋ ਅੱਜ ਉਸ ਮਹਾਨ ਪਵਿੱਤਰ ਧਰਤੀ ਦੇ ਉੱਤੇ, ਜਿਸ ਦੇ ਇਤਿਹਾਸ ਨੂੰ ਭਾਈ ਰਤਨ ਸਿੰਘ ਜੀ ਭੰਗੂ, ਜਿਨ੍ਹਾਂ ਨੇ ਪੰਥਕ ਪ੍ਰਕਾਸ਼ ਦੇ ਵਿੱਚ ਬਿਲਕੁਲ ਠੋਸ ਸ਼ਬਦਾਂ ਵਿੱਚ ਪਿਆ, ਕੁਤਬਾ ਬਾਹਮਣੀਆਂ ਕਹਿਤ ਹੈ ਊਹਾਂ ਪਿੰਡ ਕੋ ਨਾਮ, ਬਹੁਤ ਬਹੀਰੀਏ ਜਾਏ ਬੜੇ ਬਾਸਤਾ ਬੇਗੋ ਗ੍ਰਾਮ। ਸੋ ਉਹਨਾਂ ਨੇ ਇੱਥੇ ਤੱਕ ਵੀ ਕਹਿ ਦਿੱਤਾ ਕਿ ਜਿਹੜਾ ਮੈਂ ਇਸ ਕੁਤਬੇ ਦੀ ਧਰਤੀ ਦਾ ਵਰਣਨ ਕਰਨ ਲੱਗਿਆ, ਇਸ ਧਰਤੀ ਦੇ ਉੱਤੇ ਲੜਾਈ ਦੇ ਵਿੱਚ ਮੇਰੇ ਚਾਚਾ ਜੀ ਅਤੇ ਮੇਰੇ ਦਾਦਾ ਜੀ ਵੀ ਨਾਲ ਸਨ। ਮੈਂ ਅਨੇਕਾਂ ਹੀ ਗ੍ਰੰਥ ਜਿਹੜੇ ਕਿ ਮੈਂ ਹਰ ਸਾਲ ਦੇ ਇਸ਼ਤਿਹਾਰ ਦੇ ਉੱਤੇ 10, 15 ਜਾਂ 16 ਗ੍ਰੰਥਾਂ ਦਾ ਨਾਮ ਅਤੇ ਉਹਨਾਂ ਗ੍ਰੰਥਾਂ ਦੇ ਪੇਜ ਤੇ ਪੰਨੇ ਵੀ ਲਿਖ ਕੇ ਦਿੰਦਾ ਆ ਰਿਹਾ ਹਾਂ। ਸੋ ਸਿੱਖ ਕੌਮ ਦੇ ਮਹਾਨ ਬਹਾਦਰਾਂ ਨੂੰ ਮੈਂ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਕਿ ਜਿਹੜੇ ਕਿ ਪਿੰਡ ਪਿੰਡ ਦੇ ਵਿੱਚ ਫਿਰ ਕੇ ਕੋਪਰ ਹੀਲੇ ਤੋਂ ਚੱਲੇ, ਉਸਨਾਂ ਦੇ ਵਿੱਚੋਂ ਬੌੜਾਈ, ਕੰਗਣਵਾਲ, ਧਲੇਰ, ਝਨੇਲ, ਸੰਦੌੜ ਹੁੰਦੇ ਹੋਇਆਂ ਲੰਘ ਕੇ ਕੁਤਬੇ ਦੀ ਢਾਬ ਤੇ ਪਹੁੰਚੇ ਤੇ ਕੁਤਬੇ ਦੀ ਢਾਬ ਦੇ ਉੱਤੇ ਜੋ ਜੰਗ ਹੋਇਆ ਉਹ ਲਾਸਾਨੀ ਸ਼ਹਾਦਤ ਹੈ ਸਿੰਘਾਂ ਦੀ। ਇਸ ਵੱਡੇ ਘੱਲੂਘਾਰੇ 'ਚ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ। ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਬੀੜ, ਦਮਦਮਾ ਸਾਹਿਬ ਦੀ ਇਤਿਹਾਸਿਕ ਬੀੜ ਸਿੱਖਾਂ ਹੱਥੋਂ ਖੁੱਸ ਗਈ, ਜਿਹੜਾ ਨੁਕਸਾਨ ਕਦੀ ਵੀ ਨਹੀਂ ਪੂਰਾ ਹੋ ਸਕਦਾ। ਪਾਣੀਪਤ ਦੀ ਜੰਗ, ਅਹਿਮਦ ਸ਼ਾਹ ਅਬਦਾਲੀ ਨੇ ਮਰਹੱਟਿਆਂ ਨੂੰ ਹਰਾਇਆ ਸੀ। ਇੱਕ ਦਿਨ ਵਿੱਚ 1 ਲੱਖ ਮਰਹੱਟੇ ਮਾਰੇ ਸੀ। ਪਾਣੀਪਤ ਦੀ ਜੰਗ ਹਰੇਕ ਕਾਲਜ ਸਕੂਲ ਦੇ ਇਤਿਹਾਸ ਵਿੱਚ ਪੜ੍ਹਾਈ ਜਾਂਦੀ ਹੈ, ਪਰ ਇੱਥੋਂ ਦੀ ਜੰਗ ਜਿੱਥੇ ਅਹਿਮਦ ਸ਼ਾਹ ਅਬਦਾਲੀ ਦੀ ਜਿੱਤ ਨਹੀਂ ਹੋ ਸਕੀ ਸੀ ਤੇ ਭਾਰੀ ਨੁਕਸਾਨ ਹੋਇਆ ਸੀ, ਇਹ ਇਤਿਹਾਸ ਕਿਸੇ ਵੀ ਕਾਲਜ ਸਕੂਲ ਵਿੱਚ ਨਹੀਂ ਪੜ੍ਹਾਇਆ ਜਾਂਦਾ। ਸਾਡਾ ਸਿੱਖ ਇਤਿਹਾਸ ਬਹੁਤ ਅਮੀਰ, ਇਹਨੂੰ ਘਰ ਘਰ ਪਹੁੰਚਾਉਣ ਦੀ ਲੋੜ ਹੈ। ਆਪ ਜੀ ਦੇ ਸੰਯੋਗ ਦੀ ਲੋੜ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 5 ਫਰਵਰੀ ਦੀ ਸ਼ਾਮ ਨੂੰ ਜਦੋਂ ਖਾਲਸਾ ਸ਼ਾਮ ਨੂੰ ਰਹਿਰਾਸ
ਦਾ ਪਾਠ ਕਰਨ ਉਪਰੰਤ, ਅਰਦਾਸ ਕਰਨ ਉਪਰੰਤ, ਕੀਰਤਨ ਸੋਹਲੇ ਕਰਨ ਉਪਰੰਤ ਖਾਲਸੇ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਸ਼ੁਕਰਾਨੇ ਦੇ ਵਿੱਚ ਮਾਲਕ ਨੂੰ ਇਹ ਕਿਹਾ, ਇਹ ਮਾਲਕਾ ਵੀ ਸਾਡੇ ਜਿਹੜੀ ਖੋਟ ਸੀ ਹੁਣ ਉਹ ਝੜ ਚੁੱਕੀ ਆ, ਕਿਉਂਕਿ ਸਾਡੇ ਜਿਹੜੇ ਪਰਿਵਾਰਾਂ ਦੀ ਅਸੀਂ ਰੱਖਿਆ ਕਰਦੇ ਆ ਰਹੇ ਸੀ ਨਾ, ਉਹ ਪਰਿਵਾਰ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਆ। ਹੁਣ ਅਸੀਂ ਅਬਦਾਲੀ ਦਾ ਪਿੱਛਾ ਲਾਹੌਰ ਤੱਕ ਕਰਦੇ ਰਹਾਂਗੇ। ਸਿੰਘਾਂ ਨੇ ਅਰਦਾਸ ਕੀਤੀ। ਅਰਦਾਸ ਉਪਰੰਤ ਕੀਰਤ ਸੋਹਲੇ ਦਾ ਪਾਠ ਹੋਇਆ। ਗੁਰੂ ਮਹਾਰਾਜ ਦੇ ਹੁਕਮਨਾਮੇ ਲੈਣ ਤੋਂ ਉਪਰੰਤ ਸਿੰਘਾਂ ਨੇ ਇੱਕ ਬੇਨਤੀ ਕੀਤੀ ਕਿ ਹੇ ਅਕਾਲ ਪੁਰਖ ਸੱਚੇ ਪਾਤਸ਼ਾਹ, ਜਿੰਨੀ ਵੀ ਸਾਡੇ ਵਿੱਚ ਅੱਜ ਖੋਟ ਸੀ ਉਹ ਝੜ ਚੁੱਕੀ ਹੈ। ਅੱਜ ਤੇਰੀ ਰਜ਼ਾ ਦੇ ਵਿੱਚ ਉਹ ਤੁਹਾਡੇ ਚਰਨਾਂ ਦੇ ਵਿੱਚ ਜਾ ਬਰਾਜੇ ਨੇ। ਸੋ ਹੁਣ ਤੋਂ ਬਾਅਦ ਅਸੀਂ ਇਹ ਪੜ੍ਹ ਲੈਂਦੇ ਆ, ਇਹਨਾਂ ਦੀਆਂ ਸ਼ਹੀਦੀਆਂ ਤੋਂ ਬਾਅਦ, ਖੋਟ ਝਾੜਨ ਤੋਂ ਬਾਅਦ ਆਪਣੇ ਬੱਚਿਆਂ, ਆਪਣੇ ਪੁੱਤਰਾਂ ਤੇ ਧੀਆਂ ਨੂੰ ਖੋਟ ਕਿਹਾ, ਪਰ ਧੰਨੋ ਖਾਲਸਾ। ਅਤੇ ਉਸ ਤੋਂ ਬਾਅਦ ਪਰਨ ਕਰਤਾ ਕਿ ਹੁਣ ਤੋਂ ਬਾਅਦ ਅਸੀਂ ਅਹਿਮਦ ਸ਼ਾਹ ਅਬਦਾਲੀ ਨੂੰ ਉਸ ਤਰ੍ਹਾਂ ਮਾਰਾਂਗੇ ਕਿ ਜਿਹੜਾ ਕਿ ਮੁੜ ਕੇ ਹਿੰਦੁਸਤਾਨ ਵੱਲ ਝਾਕ ਨਾ ਸਕੇ। ਸੋ ਖਾਲਸਾ ਜੀ ਉਹ ਵਾਪਰਿਆ ਵੀ ਇਹੀ, ਭਾਵੇਂ ਅਹਿਮਦ ਸ਼ਾਹ ਅਬਦਾਲੀ ਇੱਥੋਂ ਪਿੰਡ ਗਹਿਲਵਾਲ ਦੀ ਹੋ ਕੇ ਭੱਜਿਆ, ਭਾਵੇਂ ਕਿਸੇ ਸਾਈਡ ਤੋਂ ਨਹੀਂ ਭੱਜਿਆ, ਅਖੀਰ ਅੰਮ੍ਰਿਤਸਰ ਜਾ ਕੇ ਜਦੋਂ ਕਿ ਅੰਮ੍ਰਿਤਸਰ ਨੂੰ ਬੁਰੀ ਨਾਗਾ ਨਾਲ ਤੱਕਿਆ, ਹਰਿਮੰਦਰ ਸਾਹਿਬ ਨੂੰ ਪੂਰਨਾ ਚਾਹਿਆ, ਉਦੋਂ ਇੱਕ ਇੱਟ ਨਿਕਲ ਕੇ ਅਹਿਮਦ ਸ਼ਾਹ ਅਬਦਾਲੀ ਦੇ ਨੱਕ ਦੇ ਉੱਤੇ ਵੱਜ ਗਈ, ਜਿਹਦੇ ਨਾਲ ਉਸ ਨੂੰ ਨਸੂਰ ਹੋਇਆ। ਨਸੂਰ ਤੋਂ ਬਾਅਦ ਉਹ ਮਰ ਗਿਆ। ਕਹਿਣ ਤੋਂ ਭਾਵ ਕਿ ਅਹਿਮਦ ਸ਼ਾਹ ਅਬਦਾਲੀ ਮੁੜ ਕੇ ਹਿੰਦੁਸਤਾਨ ਦੀ ਧਰਤੀ ਵੱਲ ਵੀ ਤੱਕ ਨਹੀਂ ਸਕਿਆ, ਜਿਹੜਾ ਕਿ ਹਰ ਜਦੋਂ ਵੀ ਮਰਜ਼ੀ ਕਰਦਾ, ਜਿੰਨੇ ਵੀ ਉਸਨੇ ਹਮਲੇ ਕੀਤੇ ਕਿ ਹਿੰਦੁਸਤਾਨ ਦੀਆਂ ਬਹੂਆਂ ਤੇ ਬੇਟੀਆਂ ਨੂੰ ਲਿਜਾ ਕੇ ਗਜਨੀ ਵਿੱਚ ਟਕੇ ਨਾਲ ਵੇਚਿਆ ਕਰਦਾ ਸੀ। ਸੋ ਉਸ ਕੌਮ ਨੇ, ਸਿੱਖ ਕੌਮ ਨੇ ਆਪਣੇ ਪਰਿਵਾਰ ਵਾਰਨ ਤੋਂ ਉਪਰੰਤ ਉਸ ਨੂੰ ਦੱਸ ਦਿੱਤਾ ਕਿ ਸਿੱਖ ਕੌਮ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਲਾਡਲਾ ਖਾਲਸਾ ਕਿਸ ਤਰ੍ਹਾਂ ਕੀ ਕਰਨਾ ਜਾਣਦਾ ਹੈ। ਸੋ ਇਸੇ ਤਰ੍ਹਾਂ ਜੋ ਇਸ ਢਾਬ ਦੇ ਉੱਤੇ ਵਾਪਰਿਆ, ਉਹ ਦਾਸ ਨੇ ਤੁਹਾਨੂੰ ਛਿੰਨ ਭੰਗਰ ਸ਼ਬਦਾਂ ਵਿੱਚ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਬਾਅਦ ਬਾਹਮਣੀਆਂ, ਚੰਨਣਵਾਲ, ਛੀਨੀਵਾਲ, ਪੰਡੋਰੀ ਸਿੰਘਾਂ ਨੇ ਹੋਰ ਵੀ ਦਲੇਰੀ ਨਾਲ ਜੰਗ ਲੜੀ। ਅਬਦਾਲੀ ਆਪਣੀਆਂ ਫੌਜਾਂ ਦਾ ਭਾਰੀ ਨੁਕਸਾਨ ਕਰਕੇ ਗਹਿਲਾਂ ਤੱਕ ਪਹੁੰਚਦਿਆਂ ਸਮਝ ਚੁੱਕਾ ਸੀ ਕਿ ਖਾਲਸਾ ਅਜਿੱਤ ਹੈ, ਇਸ ਨੂੰ ਜਿੱਤਿਆ ਨਹੀਂ ਜਾ ਸਕਦਾ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਥਾਨ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਦੀ ਯਾਦ ਦੇ ਵਿੱਚ ਬਣਿਆ ਹੋਇਆ ਹੈ। ਤੇ ਜੋ ਇਸ ਦਾ ਇਤਿਹਾਸ ਹੈ, ਵੱਡਾ ਘੱਲੂਘਾਰਾ 1762 ਈਸਵੀ ਦਾ, ਜੋ ਕਿ ਅਹਿਮਦ ਸ਼ਾਹ ਅਬਦਾਲੀ ਵੇਲੇ ਜਦੋਂ ਸਿੱਖਾਂ ਦੇ ਉੱਤੇ ਜ਼ੁਲਮ ਜਾਰੀ ਸਨ, ਉਸ ਸਮੇਂ ਅਹਿਮਦ ਸ਼ਾਹ ਅਬਦਾਲੀ ਨੇ ਆਪਣੀਆਂ ਫੌਜਾਂ ਲੈ ਕਰਕੇ ਕੁਪਰਹੀੜੇ ਦੀ ਧਰਤੀ ਤੇ ਸਿੰਘਾਂ ਦੇ ਉੱਤੇ ਹੱਲਾ ਬੋਲਿਆ ਤੇ ਸਿੰਘਾਂ ਦੇ ਨਾਲ ਉੱਥੇ ਵੀ ਘਮਸਾਨ ਯੁੱਧ ਹੋਇਆ। ਉੱਥੋਂ ਹੁੰਦੇ ਹੋਏ ਸਿੰਘ ਆਪਣੇ ਪਰਿਵਾਰਾਂ ਦੇ ਸਮੇਤ ਬੱਚੇ ਬਜ਼ੁਰਗਾਂ ਦੇ ਨਾਲ ਕੁਪਰਹੀੜੇ ਦੀ ਧਰਤੀ ਤੋਂ ਕੁਤਬਾ ਬਾਹਮਣੀਆਂ ਪਿੰਡ ਤੋਂ ਹੁੰਦੇ ਹੋਏ ਪਿੰਡ ਗਹਿਲ ਵਿਖੇ ਆਏ ਸਨ ਤੇ ਪਿੰਡ ਗਹਿਲ ਵਿਖੇ ਵੀ ਢਾਬ ਬਣੀ ਹੈ। ਉਸ ਢਾਬ ਤੇ ਆ ਕੇ ਸਿੰਘਾਂ ਨੇ ਜਲ ਛਕਿਆ ਸੀ ਤੇ ਇੱਥੇ ਪਿੰਡ ਦੇ ਵਿੱਚ ਜਿਹੜੇ ਲੋਕ ਰਹਿੰਦੇ ਸਨ, ਉਹਨਾਂ ਦੇ ਘਰਾਂ ਦੇ ਵਿੱਚ ਆ ਕੇ ਸੰਦ ਲੈਣੀ ਚਾਹੀ ਕਿ ਸਾਨੂੰ ਆਪਣੇ ਜਿਹੜੇ ਬੱਚੇ ਨੇ ਉਹ ਆਪਣੇ ਘਰਾਂ ਦੇ ਵਿੱਚ ਰੱਖ ਲਵੋ, ਤਾਂ ਕਿ ਅਸੀਂ ਜਿਹੜੀਆਂ ਮੁਗਲ ਫੌਜਾਂ ਪਿੱਛੇ ਆ ਰਹੀਆਂ ਨੇ, ਸਾਡਾ ਮੁਕਾਬਲਾ ਕਰ ਰਹੀਆਂ ਨੇ, ਜਿਹੜੀਆਂ ਕਰ ਰਹੀਆਂ ਨੇ ਕਿ ਅਸੀਂ ਸਿੱਖ ਨੇ ਜਿਹੜੇ ਉਹ ਧਰਤੀ ਤੋਂ ਹਮੇਸ਼ਾ ਦੇ ਲਈ ਖਤਮ ਕਰ ਦੇਣੇ ਨੇ। ਪੰਜਾਬ ਦੇ ਵਿੱਚ ਅਸੀਂ ਕੋਈ ਵੀ ਸਿੱਖ ਨਹੀਂ ਛੱਡਣਾ ਤੇ ਸਿੱਖਾਂ ਦੀ ਕੋਈ ਦੇਲੀ ਨਹੀਂ ਰਹਿਣ ਦੇਣੀ। ਸਾਡੇ ਜਿਹੜੇ ਬੱਚੇ ਨੇ, ਬਜ਼ੁਰਗ ਨੇ, ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਸ਼ਰਨ ਦਿਓ ਤਾਂ ਕਿ ਅਸੀਂ ਫਿਰ ਉਸ ਤੋਂ ਬਾਅਦ ਮੁਗਲ ਫੌਜਾਂ ਦਾ ਟਾਕਰਾ ਕਰ ਸਕੀਏ। ਪਹਿਲਾਂ ਤੇ ਉਹਨਾਂ ਨੇ ਕਹਿ ਦਿੱਤਾ ਕਿ ਕੋਈ ਗੱਲ ਨਹੀਂ, ਅਸੀਂ ਤੁਹਾਡੇ ਪਰਿਵਾਰਾਂ ਨੂੰ ਰੱਖ ਲਵਾਂਗੇ। ਪਰ ਜਦੋਂ ਫੌਜਾਂ ਨਜ਼ਦੀਕ ਆ ਗਈਆਂ ਤੇ ਪਿੰਡ ਦੇ ਜਿਹੜੇ ਉਦੋਂ ਉਸ ਸਮੇਂ ਦੇ ਲੋਕ ਸਨ, ਉਹਨਾਂ ਨੇ ਪਰਿਵਾਰਾਂ ਨੂੰ ਸ਼ਰਨ ਦੇਣ ਤੋਂ ਨਾ ਕਰ ਦਿੱਤੀ। ਆਪਣੇ ਘਰਾਂ ਦੇ ਦਰਵਾਜ਼ੇ ਸੀ ਜਿਹੜੇ ਉਹ ਬੰਦ ਕਰ ਲਏ, ਕੰਡਿਆਲੀਆਂ ਮੋੜੀਆਂ ਰੱਖ ਲਈਆਂ ਗੇਟਾਂ ਦੇ ਵਿੱਚ, ਜਿਸ ਕਰਕੇ ਸਿੰਘਾਂ ਨੂੰ ਆਪਣੇ ਪਰਿਵਾਰਾਂ ਨੂੰ ਗਹੀਰਿਆਂ ਦੇ ਵਿੱਚ ਲੁਕਾਉਣਾ ਪਿਆ। ਉਸ ਸਮੇਂ ਕੁਝ ਸਿੰਘ ਕਾਹੀਂ ਦੇ ਪੂਲਿਆਂ ਦੇ ਵਿੱਚ ਵੀ ਲੁਕੇ ਤੇ ਬਾਅਦ ਦੇ ਵਿੱਚ ਅਬਦਾਲੀ ਦੇ ਜਿਹੜੇ ਬੰਦੇ ਸਨ, ਜੋ ਫੌਜਾਂ ਸਨ, ਉਹਨਾਂ ਨੇ ਗਹੀਰਿਆਂ ਨੂੰ ਵੀ ਅੱਗ ਲਾ ਦਿੱਤੀ ਤੇ ਉਹਨਾਂ ਪੂਲਿਆਂ ਨੂੰ ਵੀ ਅੱਗ ਲਾ ਦਿੱਤੀ, ਜਿਸ ਕਰਕੇ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ
ਉਹ ਮਾਸੂਮ ਬੱਚੇ ਤੇ ਬਜ਼ੁਰਗ ਨੇ ਜਿਹੜੇ ਉਹ ਗਹੀਰਿਆਂ ਦੇ ਵਿੱਚ ਤੇ ਪੂਲਿਆਂ ਦੇ ਵਿੱਚ ਸੜ ਕੇ ਸ਼ਹੀਦ ਹੋ ਗਏ। ਉਸ ਸਮੇਂ 35,000 ਦੇ ਕਰੀਬ ਸਾਰੇ ਸ਼ਹੀਦ ਸਿੰਘ ਸਿੰਘਣੀਆਂ ਬੱਚਿਆਂ ਤੇ ਬਜ਼ੁਰਗਾਂ ਦਾ ਜ਼ਿਕਰ ਕੀਤਾ ਗਿਆ ਹੈ ਕਿ 35,000 ਦੇ ਕਰੀਬ ਨੇ ਜਿਹੜੇ ਸ਼ਹੀਦ ਹੋਏ ਨੇ। ਤੇ ਇਹ ਗਹਿਲਾਂ ਦੇ ਵਿੱਚ ਜੋ ਢਾਬ ਹੈ ਇੱਥੇ ਆ ਕੇ ਘੱਲੂਘਾਰੇ ਦੀ ਸਮਾਪਤੀ ਹੋਈ ਸੀ। ਇਸ ਢਾਬ ਤੇ ਆ ਕੇ ਸਿੰਘਾਂ ਨੇ ਜਲ ਛਕਿਆ ਸੀ। ਇੱਥੇ ਅਬਦਾਲੀ ਦੀਆਂ ਫੌਜਾਂ ਦਾ ਸੀ ਜੋ ਉਹ ਡਟਮਾ ਮੁਕਾਬਲਾ ਹੋਇਆ ਸੀ, ਜਿਸ ਕਰਕੇ ਸਿੰਘਾਂ ਦੇ ਹੱਥੋਂ ਹਾਰ ਖਾਣ ਤੋਂ ਬਾਅਦ ਅਬਦਾਲੀ ਆਪਣੀਆਂ ਫੌਜਾਂ ਨੂੰ ਵਾਪਸ ਲੈ ਕੇ ਚਲਾ ਗਿਆ ਸੀ। ਇਹ ਉਹ ਨਗਰ ਹੈ ਗਹਿਲਾਂ ਦੀ ਢਾਬ ਹੈ ਜਿੱਥੇ ਆ ਕੇ ਸਿੰਘਾਂ ਨੇ ਜਲ ਛਕਿਆ ਸੀ। ਇਸ ਤੋਂ ਬਾਅਦ ਮੁਗਲ ਫੌਜਾਂ ਦੇ ਨਾਲ ਜੋ ਮੁਕਾਬਲਾ ਹੋਇਆ ਸੀ। ਉੱਥੇ ਸਿੰਘ ਹੋਰ ਵੀ ਚੜ੍ਹਦੀ ਕਲਾ ਨਾਲ ਜੰਗ ਵਿੱਚ ਜੂਝਣ ਲਈ ਮਨੋਂ ਤਗੜੇ ਹੋ ਗਏ ਸਨ ਤੇ ਅਬਦਾਲੀ ਮਨੋਂ ਹਾਰ ਗਿਆ ਸੀ ਤੇ ਉਹਨੇ ਉੱਥੋਂ ਵਾਪਸ ਜਾਣ 'ਚ ਭਲਾਈ ਸਮਝੀ। ਪਾਣੀਪਤ ਦੀ ਲੜਾਈ ਹਰੇਕ ਸਕੂਲ ਵਿੱਚ ਪੜ੍ਹਾਈ ਜਾਂਦੀ ਹੈ। ਜਿੱਥੇ ਮਰੱਟੇ ਹਾਰੇ ਸੀ ਅਬਦਾਲੀ ਜਿੱਤਿਆ ਸੀ। ਪਰ ਇਹ ਜੰਗ ਸਾਰੇ ਹਿੰਦੁਸਤਾਨ ਨੂੰ ਪਤਾ ਹੋਣੀ ਚਾਹੀਦੀ ਹੈ ਜਿੱਥੇ ਅਬਦਾਲੀ ਬਿਨਾਂ ਜਿੱਤੇ ਹੀ ਸਿੱਖਾਂ ਤੋਂ ਹਾਰ ਕੇ ਵਾਪਸ ਗਿਆ ਸੀ। ਜੇ ਸਿੱਖਾਂ ਤੋਂ ਬਿਨਾਂ ਕੋਈ ਵੀ ਹੋਰ ਕੌਮ ਹੁੰਦੀ ਤਾਂ ਉਹ ਮਰੱਟਿਆਂ ਵਾਂਗੂ ਕਦੇ ਵੀ ਸਿਰ ਨਹੀਂ ਉਠਾ ਪਾਣੀ ਸੀ। ਪਰ ਇਸ ਜੰਗ ਤੋਂ ਬਾਅਦ ਸਿੱਖ ਹੋਰ ਵੀ ਤਗੜੇ ਹੋ ਗਏ ਤੇ ਰਹਿੰਦਾ ਖੁੰਦਾ ਮਨੋਂ ਅਬਦਾਲੀ ਦਾ ਡਰ ਉਹ ਵੀ ਸੁੱਟ ਦਿੱਤਾ ਤੇ 6 ਮਹੀਨੇ ਬਾਅਦ ਹੀ ਪਿਪਲੀ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਅਬਦਾਲੀ ਨੂੰ ਫਿਰ ਘੇਰਾ ਪਾ ਕੇ ਉਹਦਾ ਨੁਕਸਾਨ ਕੀਤਾ। शिवावर मोए है शुभ कर्मन ते कब हूँ ना टरो शुभ कर्मन ते कब हूँ ना टरो देह शिवा ना डरो वर्षों जब जाए लरो निश्चय कर अपनी